ਆਪ ਜੀ ਦਾ ਅੱਜ ਦੀ ਸਾਇੰਸ ਦੀ ਕਲਾਸ ਦੇ ਵਿੱਚ ਸਵਾਗਤ ਹੈ। ਮੈਂ ਅੰਕੁਸ਼ ਸ਼ਰਮਾ, ਸਰਕਾਰੀ ਹਾਈ ਸਕੂਲ ਜੰਗੀਆਣਾ, ਜ਼ਿਲ੍ਹਾ ਬਰਨਾਲਾ ਵੱਲੋਂ ਤੁਹਾਡਾ ਅੱਜ ਸਾਇੰਸ ਦਾ ਲੈਕਚਰ ਅਟੈਂਡ ਕਰਨ ਜਾ ਰਿਹਾ ਹਾਂ ਅਤੇ ਆਓ ਆਪਾਂ ਡਿਸਕਸ ਕਰਦੇ ਹਾਂ। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਇਸ ਨਾਲ ਰਿਲੇਟਡ ਵੀ ਜਿਹੜੇ ਤੱਤ ਨੇ ਹੈ ਨਾ, ਆਪਣੇ ਕੋਲ ਜਿੰਨੇ ਵੀ ਧਰਤੀ ਦੇ ਉੱਪਰ ਤੱਤ ਮਿਲਦੇ ਨੇ ਉਹਨਾਂ ਦਾ ਵਰਗੀਕਰਨ ਕਿਉਂ ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿੰਨੇ ਵੀ ਤੱਤ ਨੇ ਧਰਤੀ 'ਤੇ ਅਸੀਂ ਉਹਨਾਂ ਦਾ ਅਧਿਐਨ ਕਰਨਾ ਚਾਹੁੰਦੇ ਹਾਂ ਤਾਂ ਅਧਿਐਨ ਵਾਸਤੇ ਉਹਨਾਂ ਦਾ ਵਰਗੀਕਰਨ ਕੀਤਾ ਜਾਂਦਾ, ਉਹਨਾਂ ਨੂੰ ਸਾਰਣੀਬੱਧ ਕੀਤਾ ਜਾਂਦਾ ਹੈ। ਅਜਿਹਾ ਕਿਉਂ ਕੀਤਾ ਜਾਂਦਾ ਹੈ, ਉਹਦੇ ਪਿੱਛੇ ਇੱਕ ਬਹੁਤ ਡੂੰਘੀ ਗੱਲ ਇਹ ਹੈ ਕਿ ਜਿਵੇਂ ਮੰਨ ਲਓ ਵੀ ਆਪਾਂ ਇੱਕ ਉਦਾਹਰਨ ਲੈਂਦੇ ਹਾਂ ਸੌਖੀ ਜੀ, ਕਰਿਆਨਾ ਸਟੋਰ 'ਤੇ ਜਾਂਦੇ ਹਾਂ ਆਪਾਂ, ਅਲੱਗ-ਅਲੱਗ ਸਮਾਨ ਜੋ ਹੈ ਉਹ ਦੁਕਾਨਦਾਰ ਨੇ ਇੱਕ ਅਲੱਗ-ਅਲੱਗ ਤਰੀਕੇ ਨਾਲ ਸੈੱਟ ਕੀਤਾ ਹੁੰਦਾ। ਜਿਵੇਂ ਖੰਡ ਅਲੱਗ ਜਗ੍ਹਾ 'ਤੇ ਪਈ ਹੈ, ਸਾਬਣ ਅਲੱਗ ਥਾਂ 'ਤੇ ਹੋਵੇਗਾ, ਕਿਤਾਬਾਂ ਅਲੱਗ ਜਗ੍ਹਾ 'ਤੇ ਹੋਣਗੀਆਂ, ਕਾਪੀਆਂ, ਦੈਨ ਉਸ ਤੋਂ ਬਾਅਦ ਤੁਹਾਡਾ ਜੋ ਹੋਰ ਵੀ ਸਮਾਨ ਹੈ ਉਹ ਸਾਰਾ ਉਹਨੇ ਇੱਕ ਸ਼੍ਰੇਣੀਬੱਧ ਕੀਤਾ ਹੁੰਦਾ ਤਾਂ ਕਿ ਉਹਨੂੰ ਚੱਕਣਾ ਅਤੇ ਵੇਚਣਾ ਸੌਖਾ ਹੋ ਜੇ। ਉਸੇ ਤਰੀਕੇ ਨਾਲ ਜਿਹੜੇ ਤੱਤ ਨੇ ਸਾਡੇ ਕੋਲ 108 ਤੱਤ ਨੇ ਪੂਰੀ ਧਰਤੀ ਉੱਪਰ ਮਿਲਦੇ ਆ, ਪਰ ਉਹ ਜੋ 108 ਤੱਤ ਨੇ ਜੇ ਆਪਾਂ ਇਕੱਲੇ ਇਕੱਲੇ ਨੂੰ ਪੜ੍ਹਨਾ ਹੋਵੇ ਅਤੇ ਇਕੱਲੇ ਇਕੱਲੇ ਦੀ ਸਮੀਕਰਨ ਨੂੰ ਪੜ੍ਹਨਾ ਹੋਵੇ ਤਾਂ ਸਾਡੇ ਲਈ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਵੇਗਾ। ਤਾਂ ਉਸ ਮੁਸ਼ਕਿਲ ਨੂੰ ਸੋਲਵ ਕਰਨ ਵਾਸਤੇ ਜਾਂ ਉਸ ਮੁਸ਼ਕਿਲ ਨੂੰ ਹੱਲ ਕਰਨ ਵਾਸਤੇ ਸਾਡੇ ਕੋਲ ਕੀ ਹੈ ਕਿ ਅਲੱਗ-ਅਲੱਗ ਵਿਗਿਆਨੀਆਂ ਨੇ ਸਾਨੂੰ ਕੀ ਦਿੱਤਾ, ਇੱਕ ਸਾਰਣੀ ਦਿੱਤੀ ਜਿਸ ਦੇ ਵਿੱਚ ਜੋ ਤੱਤ ਇੱਕ ਦੂਸਰੇ ਨਾਲ ਰਲਦੇ ਸੀਗੇ ਉਹਨਾਂ ਤੱਤਾਂ ਨੂੰ ਇੱਕ ਥਾਂ 'ਤੇ ਇਕੱਠਾ ਕਰ ਦਿੱਤਾ ਗਿਆ ਅਤੇ ਫਿਰ ਉਹਨਾਂ ਨੂੰ ਪੜ੍ਹਨਾ ਸੌਖਾ ਹੋ ਗਿਆ। ਜਿਵੇਂ ਕਿ ਆਪਾਂ ਜਾਣਦੇ ਹਾਂ ਡੋਬਰਨੀਅਰ, ਨਿਊਲੈਂਡ, ਮੈਂਡਲੀਵ ਅਤੇ ਹੈਨਰੀ ਮੋਜ਼ਲੇ, ਇਹਨਾਂ ਸਾਰਿਆਂ ਨੇ ਆਪੋ ਆਪਣਾ ਯੋਗਦਾਨ ਪਾਇਆ ਤਾਂ ਕਿ ਜੋ ਅੱਜ ਤੱਕ ਆਪਾਂ ਤੱਤ ਮਿਲੇ ਨੇ ਉਹਨਾਂ ਸਾਰਿਆਂ ਤੱਤਾਂ ਨੂੰ ਇੱਕ ਥਾਂ 'ਤੇ ਪੜ੍ਹ ਸਕੀਏ। ਠੀਕ ਹੈ, ਤਾਂ ਅੱਜ ਜੋ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਆਧੁਨਿਕ ਆਵਰਤੀ ਸਾਰਣੀ। ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਧੁਨਿਕ ਆਵਰਤੀ ਸਾਰਣੀ। ਆਧੁਨਿਕ ਆਵਰਤੀ ਸਾਰਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਦੱਸ ਦਿੰਦਾ। ਆਧੁਨਿਕ ਆਵਰਤੀ ਸਾਰਣੀ 1913 ਦੇ ਵਿੱਚ ਹੈਨਰੀ ਮੋਜ਼ਲੇ ਨੇ ਜੋ ਸੀਗਾ ਇੱਕ ਐਕਸਪੈਰੀਮੈਂਟ ਤੋਂ ਬਾਅਦ ਤਿਆਰ ਕੀਤੀ। ਹੈਨਰੀ ਮੋਜ਼ਲੇ ਇੱਕ ਐਕਸਰੇ ਐਕਸਪੈਰੀਮੈਂਟ ਕਰ ਰਿਹਾ ਸੀਗਾ, ਐਕਸਰੇ ਡਿਫਰੈਕਸ਼ਨ ਐਕਸਪੈਰੀਮੈਂਟ। ਉਸ ਪ੍ਰਯੋਗ ਦੇ ਵਿੱਚ ਕੀ ਹੋਇਆ ਕਿ ਜੋ ਉਹਨੇ ਦੇਖਿਆ, ਉਹਨੇ ਸੋਚਿਆ ਕਿ ਪਰਮਾਣੂਆਂ ਦਾ ਜੋ ਪਰਮਾਣੂ ਪੁੰਜ ਹੈ ਉਹੀ ਆਧਾਰ ਹੈ। ਪਹਿਲਾਂ ਤੋਂ ਇਹ ਚੱਲਿਆ ਆ ਰਿਹਾ ਸੀਗਾ, ਉਹ ਵੀ ਸੋਚ ਰਿਹਾ ਸੀ ਵੀ ਇਸੇ ਦੇ ਅਕੋਰਡਿੰਗ, ਇਸੇ ਦੇ ਅਨੁਸਾਰ ਹੀ ਸਾਡੇ ਕੋਲ ਜੋ ਪ੍ਰਯੋਗ ਹੈ ਉਹ ਹੋਵੇਗਾ, ਪਰ ਉਹਦੀਆਂ ਇੱਛਾਵਾਂ ਜਾਂ ਤੁਸੀਂ ਕਹਿ ਲਓ ਜੋ ਉਹਦੀ ਆਸ ਸੀਗੀ ਉਸ ਤੋਂ ਜੋ ਪਰਿਣਾਮ ਆਏ ਉਹ ਬਿਲਕੁਲ ਹੀ ਭਿੰਨ ਸਨ। ਪਰਿਣਾਮਾਂ ਦੇ ਅਨੁਸਾਰ ਜੋ ਪਰਮਾਣੂ ਅੰਕ ਹੈ ਉਹ ਮੁੱਖ ਤੌਰ 'ਤੇ ਜਾਂ ਉਹ ਮੁੱਢਲੀ ਇਕਾਈ ਨਿਕਲੀ ਜਾਂ ਉਹ ਇੱਕ ਐਸਾ ਗੁਣ ਨਿਕਲਿਆ ਕਿ ਜਿਸ ਦੇ ਉੱਪਰ ਸਾਰੇ ਹੀ ਪਰਮਾਣੂ ਨਿਰਭਰ ਕਰਦੇ ਆ, ਭਾਵ ਵੀ ਪਰਮਾਣੂਆਂ ਦੇ ਜਿੰਨੇ ਵੀ ਗੁਣ ਨੇ ਉਹ ਸਿਰਫ ਪਰਮਾਣੂ ਅੰਕ 'ਤੇ ਨਿਰਭਰ ਕਰਦੇ ਹਨ। ਤਾਂ ਇਸ ਤੋਂ ਬਾਅਦ ਕੀ ਹੋਇਆ ਕਿ ਜੋ ਆਪਣੇ ਕੋਲੇ ਆਵਰਤੀ ਸਾਰਣੀ ਦੇ ਨਿਯਮ ਸੀਗੇ, ਪਹਿਲਾਂ ਕੀ ਨਿਯਮ ਸੀਗਾ, ਮੈਂਡਲੀਵ ਦੇ ਸਮੇਂ 'ਤੇ ਨਿਯਮ ਇਹ ਸੀ ਕਿ ਜੋ ਵੀ ਕੋਈ ਗੁਣ ਨੇ ਉਹ ਕਾਹਦੇ 'ਤੇ ਨਿਰਭਰ ਕਰਦੇ ਆ, ਪਰਮਾਣੂ ਪੁੰਜ 'ਤੇ। ਜੀ, ਤਾਂ ਹੁਣ ਜੋ ਆਧੁਨਿਕ ਆਵਰਤੀ ਨਿਯਮ ਹੈ ਉਹ ਕੀ ਹੈ, ਜੋ ਪਹਿਲੇ ਵਾਲੇ ਨਿਯਮ ਸੀਗੇ ਉਹਨਾਂ ਦੇ ਵਿੱਚ ਕੀ ਸੀ, ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫੰਕਸ਼ਨ ਹੁੰਦੇ ਸਨ। ਠੀਕ ਹੈ, ਪਰ ਹੁਣ ਆਪਾਂ ਇਹਦੇ ਵਿੱਚ ਕੀ ਕਰਨ ਜਾ ਰਹੇ ਹਾਂ, ਜੋ ਤੱਤਾਂ ਦੇ ਗੁਣ ਨੇ ਉਹਨਾਂ ਦੇ ਪਰਮਾਣੂ ਅੰਕ ਦੇ ਆਵਰਤੀ ਫੰਕਸ਼ਨ ਜਾਂ ਫਲਨ ਹੁੰਦੇ ਹਨ। ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜਿੰਨੇ ਵੀ ਸਾਡੇ ਕੋਲ ਤੱਤ ਨੇ ਉਹਨਾਂ ਸਾਰਿਆਂ ਦੇ ਜੋ ਵੀ ਗੁਣ ਨੇ, ਜਿਵੇਂ ਕਿ ਉਹਨਾਂ ਦਾ ਧਾਤਵੀ ਗੁਣ ਹੋ ਗਿਆ, ਉਹਨਾਂ ਦਾ ਇਲੈਕਟ੍ਰੋਨੈਗੇਟਿਵਿਟੀ ਹੋ ਗਈ ਜਾਂ ਉਹਨਾਂ ਦਾ ਆਕਾਰ ਹੋ ਗਿਆ, ਇਹ ਸਾਰੇ ਗੁਣ ਨੇ ਕਿਸ ਚੀਜ਼ 'ਤੇ ਡਿਪੈਂਡ ਕਰ ਰਹੇ ਆ, ਪਰਮਾਣੂ ਅੰਕ 'ਤੇ।
ਹੁਣ ਆਪਾਂ ਇਹ ਦੇਖਾਂਗੇ ਵੀ ਕੀ ਇਹ ਸੱਚਮੁੱਚ ਇਦਾਂ ਕਰਦੇ ਆ ਅਸਰ ਜਾਂ ਨਹੀਂ ਕਰਦੇ। ਤਾਂ ਆਓ ਆਪਾਂ ਦੇਖਦੇ ਹਾਂ ਅਸਲ ਵਿੱਚ ਜੋ ਸਾਡੇ ਕੋਲੇ ਆਵਰਤੀ ਸਾਰਣੀ ਹੈ, ਜੋ ਆਧੁਨਿਕ ਆਵਰਤੀ ਸਾਰਣੀ ਹੈ, ਉਸ ਦੇ ਵਿੱਚ ਕਿਵੇਂ ਵਰਕ ਕਰਦੇ ਹਨ। ਹਾਂਜੀ, ਤਾਂ ਪਰਮਾਣੂ ਅੰਕ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਪਰਮਾਣੂ ਅੰਕ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪਰਮਾਣੂ ਦੇ ਨਾਭਿਕ ਯਾਨੀ ਕਿ ਉਹਦੇ ਕੇਂਦਰ ਦੇ ਵਿੱਚ ਕਿੰਨੇ ਪ੍ਰੋਟੋਨ ਅਤੇ ਇਲੈਕਟ੍ਰੋਨ ਮੌਜੂਦ ਨੇ। ਭਾਵ ਪਰਮਾਣੂ ਅੰਕ ਤੋਂ ਸਾਨੂੰ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟੋਨ ਅਤੇ ਇਲੈਕਟ੍ਰੋਨ ਦਾ ਪਤਾ ਲੱਗਦਾ ਹੈ। ਪਰਮਾਣੂ ਅੰਕ ਨੂੰ ਆਪਾਂ Z ਦੁਆਰਾ ਦਰਸਾ ਸਕਦੇ ਹਾਂ, ਯਾਨੀ ਕਿ ਪਰਮਾਣੂ ਅੰਕ ਨੂੰ Z ਦੁਆਰਾ ਦਰਸਾਇਆ ਗਿਆ ਹੈ। ਹੁਣ ਅਗਲੀ ਗੱਲ ਕੀ ਹੈ? ਤੱਤਾਂ ਨੂੰ ਉਹਨਾਂ ਦੇ ਪਰਮਾਣੂ ਅੰਕ ਦੇ ਵਾਧੇ ਕ੍ਰਮ ਵਿੱਚ ਸਿਲਸਿਲੇਵਾਰ ਕਰਨ ਨਾਲ, ਦੁਬਾਰਾ ਰਿਪੀਟ ਕਰ ਰਿਹਾ, ਤੱਤਾਂ ਨੂੰ ਉਹਨਾਂ ਦੇ ਪਰਮਾਣੂ ਅੰਕ ਦੇ ਵੱਧਦੇ ਕ੍ਰਮ ਵਿੱਚ ਸਿਲਸਿਲੇਵਾਰ ਕਰਨ ਨਾਲ ਜੋ ਵਰਗੀਕਰਨ ਪ੍ਰਾਪਤ ਹੁੰਦਾ ਹੈ, ਅਸੀਂ ਉਸ ਨੂੰ ਆਧੁਨਿਕ ਆਵਰਤੀ ਸਾਰਣੀ ਕਹਿੰਦੇ ਹਾਂ। ਠੀਕ ਹੈ ਜੀ, ਮੈਂ ਲਿਖ ਵੀ ਦਿੰਦਾ, ਤੁਸੀਂ ਕਾਪੀਜ਼ 'ਤੇ ਨੋਟ ਕਰ ਲੈਣਾ। ਪੌਜ਼ ਵਾਲੇ ਪਾਸੇ, ਹਾਂਜੀ ਜੀ, ਜਲਦੀ ਜਲਦੀ ਨੋਟ ਕਰੋ। ਤੱਤਾਂ ਨੂੰ ਉਹਨਾਂ ਦੇ ਪਰਮਾਣੂ ਅੰਕ ਦੇ ਵਾਧੇ ਕ੍ਰਮ ਵਿੱਚ ਸਿਲਸਿਲੇਵਾਰ ਕਰਨ ਨਾਲ ਜੋ ਵਰਗੀਕਰਨ ਪ੍ਰਾਪਤ ਹੁੰਦਾ ਹੈ, ਉਸ ਨੂੰ ਆਵਰਤੀ ਸਾਰਣੀ ਕਿਹਾ ਜਾਂਦਾ ਹੈ। ਵਰਗੀਕਰਨ ਤੋਂ ਭਾਵ ਕੀ ਹੈ? ਗਰੁੱਪ ਜਾਂ ਕੋਈ ਵਰਗ ਬਣ ਗਿਆ। ਠੀਕ ਹੈ, ਤਾਂ ਇਸ ਤਰ੍ਹਾਂ ਨਾਲ ਆਪਾਂ ਉਹਨਾਂ ਨੂੰ ਅੱਗੇ ਕਰ ਸਕਦੇ ਹਾਂ। ਹਾਂਜੀ, ਤਾਂ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਆਧੁਨਿਕ ਆਵਰਤੀ ਸਾਰਣੀ ਦੀਆਂ ਖੂਬੀਆਂ ਬਾਰੇ। ਹੁਣ ਇਹਦੀ ਖੂਬੀ ਕੀ ਕੀ ਹੈ? ਆਧੁਨਿਕ ਆਵਰਤੀ ਸਾਰਣੀ ਦੀਆਂ ਖੂਬੀਆਂ। ਨੰਬਰ 1 'ਤੇ ਆਪਣੇ ਕੋਲੇ ਆਵਰਤੀ ਸਾਰਣੀ ਦੇ ਵਿੱਚ 18 ਲੰਬਾਤਮਕ ਕਾਲਮ ਹਨ। 18 ਲੰਬਾਤਮਕ ਕਾਲਮ ਹਨ। ਆਓ ਤੁਹਾਨੂੰ ਗਿਣਾ ਵੀ ਦਿੰਦੇ ਹਾਂ। ਦੇਖੋ ਜੀ, ਪਹਿਲਾ ਕਾਲਮ ਜਿਸ ਨੂੰ ਗਰੁੱਪ 1 ਵੀ ਕਿਹਾ ਜਾਂਦਾ ਹੈ, ਦੂਸਰਾ ਕਾਲਮ ਜਿਸ ਨੂੰ ਗਰੁੱਪ 2 ਕਿਹਾ ਜਾਂਦਾ ਹੈ, ਤੀਸਰਾ ਕਾਲਮ, ਚੌਥਾ ਕਾਲਮ, ਪੰਜਵਾਂ, ਛੇਵਾਂ, ਸੱਤਵਾਂ, 8ਵਾਂ, 9ਵਾਂ, 10ਵਾਂ, 11ਵਾਂ, 12ਵਾਂ, 13ਵਾਂ, 14ਵਾਂ, 15ਵਾਂ, 16, 17 ਅਤੇ 18। ਇਸ ਤਰ੍ਹਾਂ ਨਾਲ ਸਾਡੇ ਕੋਲੇ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ 18 ਆਪਣੇ ਕੋਲੇ ਅਲੱਗ-ਅਲੱਗ ਕਾਲਮ ਹਨ, ਜਿਨ੍ਹਾਂ ਨੂੰ ਗਰੁੱਪ ਕਿਹਾ ਜਾਂਦਾ ਹੈ। ਹੁਣ ਗਰੁੱਪ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ? ਗਰੁੱਪ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਗਰੁੱਪ ਦੇ ਵਿੱਚ ਮੌਜੂਦ ਜਿੰਨੇ ਵੀ ਤੱਤ ਨੇ, ਉਹਨਾਂ ਦੀਆਂ ਭੌਤਿਕ ਅਤੇ ਰਸਾਇਣਿਕ ਜੋ ਗੁਣ ਨੇ ਜਾਂ ਉਹਨਾਂ ਦੀਆਂ ਪ੍ਰੋਪਰਟੀਜ਼ ਨੇ, ਉਹ ਇੱਕ ਦੂਸਰੇ ਨਾਲ ਕੀ ਕਰਦੀਆਂ ਨੇ? ਮੇਲ ਖਾਂਦੀਆਂ ਨੇ, ਇੱਕ ਦੂਜੇ ਨਾਲ ਮੈਚ ਕਰਦੀਆਂ ਨੇ। ਆ ਜੋ ਇੱਕ ਉਦਾਹਰਨ ਲੈਂਦੇ ਹਾਂ, ਜਿਵੇਂ ਕਿ ਆਪਣੇ ਕੋਲੇ ਆ ਜਾਂਦੀ ਹੈ ਆਕਸੀਜਨ। ਆਕਸੀਜਨ ਦਾ ਜਦੋਂ ਪਾਣੀ ਨਾਲ ਕਿਰਿਆ ਹੁੰਦੀ ਹੈ, ਆਕਸੀਜਨ ਦੀ ਜਦੋਂ ਹਾਈਡਰੋਜਨ ਨਾਲ ਕਿਰਿਆ ਹੁੰਦੀ ਹੈ ਤਾਂ ਇਹ ਬਣਾਉਂਦੇ ਆ ਪਾਣੀ। ਪਾਣੀ ਦਾ ਫਾਰਮੂਲਾ ਹੁੰਦਾ ਹੈ H2O। ਆਓ ਜੀ ਦੇਖੋ, H2O ਇਹ ਫਾਰਮੂਲਾ ਹੋ ਗਿਆ ਪਾਣੀ ਦਾ, ਜਦੋਂ ਆਕਸੀਜਨ ਕਿਰਿਆ ਕਰਦੀ ਹੈ ਹਾਈਡਰੋਜਨ ਦੇ ਨਾਲ। ਇਸ ਤੋਂ ਬਾਅਦ ਜੇ ਨੀਚੇ ਵਾਲਾ ਤੱਤ ਲੈਂਦੇ ਹਾਂ ਆਪਾਂ ਸਲਫਰ, ਜਦੋਂ ਸਲਫਰ ਕਿਰਿਆ ਕਰਦਾ ਹੈ ਹਾਈਡਰੋਜਨ ਦੇ ਨਾਲ ਤਾਂ ਉਹ ਬਣਾਉਂਦਾ ਹੈ H2S। ਹੁਣ ਤੁਸੀਂ ਦੇਖ ਸਕਦੇ ਹੋ ਆਕਸੀਜਨ ਅਤੇ ਸਲਫਰ ਦੋਨਾਂ ਦੀ ਇੱਕ ਦੂਸਰੇ ਨਾਲ ਕੀ ਹੋ ਰਹੀ ਹੈ? ਮੈਚਿੰਗ ਹੋ ਰਹੀ ਹੈ, ਭਾਵ ਇੱਕ ਦੂਜੇ ਨਾਲ ਇਹ ਮੇਲ ਖਾ ਰਹੇ ਨੇ ਰਸਾਇਣਿਕ ਕਿਰਿਆ ਦੇ ਦੌਰਾਨ। ਫਿਰ ਉਸ ਤੋਂ ਅੱਗੇ ਚੱਲਦੇ ਹਾਂ ਸੈਲੀਨੀਅਮ। ਸੈਲੀਨੀਅਮ ਵੀ ਇਸੇ ਤਰ੍ਹਾਂ ਦਾ ਹੀ ਹਾਈਡਰਾਈਡ ਬਣਾਉਂਦਾ ਹੈ, ਜਿਵੇਂ ਕਿ H2SE। ਤਾਂ ਇਸ ਤੋਂ ਆਪਾਂ ਨੂੰ ਇਹ ਸਿੱਧ ਹੋਇਆ ਕਿ ਜੋ ਲੰਬਾਤਮਕ ਗਰੁੱਪ ਹਨ, ਉਹਨਾਂ ਦੀਆਂ ਇੱਕ ਦੂਸਰੇ ਦੇ ਨਾਲ ਅਲੱਗ-ਅਲੱਗ ਜਿਹੜੇ ਗੁਣ ਨੇ ਜਾਂ ਕਿਰਿਆਵਾਂ ਨੇ, ਉਹ ਮੇਲ ਖਾਂਦੀਆਂ ਹਨ। ਤਾਂ ਕਰਕੇ ਆਪਾਂ ਇੱਕ ਗਰੁੱਪ ਵਾਲੇ ਜੇ ਤੱਤਾਂ ਨੂੰ ਅਧਿਐਨ ਕਰ ਰਹੇ ਹਾਂ, ਉਹਨਾਂ ਦਾ ਅਧਿਐਨ ਕਰ ਰਹੇ ਹਾਂ, ਤਾਂ ਆਸਾਨੀ ਨਾਲ ਸਾਨੂੰ ਮਿਲ ਸਕਦਾ ਹੈ। ਉਸ ਤੋਂ ਅੱਗੇ ਚੱਲਦੇ ਹਾਂ, ਇਸ ਦੇ ਵਿੱਚ ਜੋ ਸਾਡੇ ਕੋਲੇ ਖਿਤਜੀ ਕਤਾਰਾਂ ਹਨ। ਖਿਤਜੀ ਕਤਾਰ ਤੋਂ ਭਾਵ ਕੀ ਹੈ? ਪਹਿਲਾਂ ਆਪਾਂ ਉੱਪਰ ਤੋਂ ਨੀਚੇ ਵੱਲ ਨੂੰ ਪੜ੍ਹਿਆ, ਠੀਕ ਹੈ, ਹੁਣ ਆਪਾਂ ਖੱਬੇ ਤੋਂ ਸੱਜੇ ਵਾਲੇ ਪਾਸੇ ਜਾਵਾਂਗੇ। ਤਾਂ ਇਸ ਤਰ੍ਹਾਂ ਨਾਲ ਆਪਾਂ ਜੇ ਗਿਣੀਏ, ਕਤਾਰਾਂ ਆਪਣੇ ਕੋਲੇ 7 ਆਉਂਦੀਆਂ ਨੇ, ਜਿਨ੍ਹਾਂ ਨੂੰ ਪੀਰੀਅਡ ਵੀ ਕਿਹਾ ਜਾਂਦਾ ਹੈ। ਪਹਿਲੀ ਕਤਾਰ ਵਿੱਚ ਹਾਈਡਰੋਜਨ ਅਤੇ ਉਹ ਲਾਸਟ ਵਾਲਾ ਜਿਹੜਾ ਤੱਤ ਹੈ ਹੀਲੀਅਮ ਮਿਲਦਾ ਹੈ। ਦੂਸਰੀ ਕਤਾਰ ਦੇ ਵਿੱਚ ਲੀਥੀਅਮ ਤੋਂ ਲੈ ਕੇ ਨਿਓਨ ਤੱਕ ਨੇ ਤੱਤ। ਤੀਸਰੀ ਕਤਾਰ ਦੇ ਵਿੱਚ ਸੋਡੀਅਮ ਤੋਂ ਲੈ ਕੇ ਆਰਗਨ ਤੱਕ ਨੇ। ਚੌਥੀ ਕਤਾਰ ਦੇ ਵਿੱਚ ਪੋਟਾਸ਼ੀਅਮ ਤੋਂ ਲੈ ਕੇ ਜ਼ੈਨੋਨ ਤੱਕ ਨੇ, ਕ੍ਰਿਪਟੋਨ ਤੱਕ ਨੇ।
ਤੇ 5ਵੀਂ ਕਤਾਰ 'ਚ ਰੂਬੀਡੀਅਮ ਤੋਂ ਲੈ ਕੇ ਜ਼ੈਨੋਨ ਤੱਕ ਨੇ। 6ਵੀਂ ਦੇ ਵਿੱਚ ਸੀਜ਼ੀਅਮ ਤੋਂ ਲੈ ਕੇ ਰੈਡੋਨ ਤੱਕ ਨੇ। 7ਵੀਂ ਜੋ ਕਤਾਰ ਹੈ ਸਾਡੇ ਕੋਲੇ ਖਿਤਜੀ ਕਤਾਰ ਹੈ, ਉਹ ਪੂਰੀ ਨਹੀਂ ਹੋ ਪਾ ਰਹੀ ਕਿਉਂਕਿ ਅਜੇ ਤੱਕ ਜੋ ਤੱਤ ਨੇ ਉਹ ਡਿਸਕਵਰ ਕੀਤੇ ਜਾ ਰਹੇ ਨੇ, ਲੱਭੇ ਜਾ ਰਹੇ ਨੇ। ਤਾਂ ਇਸ ਤਰ੍ਹਾਂ ਨਾਲ ਸਾਡੇ ਕੋਲੇ ਇਹ ਸਾਰੇ ਤੱਤ ਮੌਜੂਦ ਨੇ ਆਵਰਤੀ ਸਾਰਨੀ ਵਿੱਚ। ਹੁਣ ਇਹ ਸਾਂਝਾ ਕਰਦੇ ਹਾਂ ਵੀ ਅਲੱਗ-ਅਲੱਗ ਸ਼ੈੱਲਾਂ ਦੇ ਵਿੱਚ ਇਲੈਕਟ੍ਰੋਨ ਕਿਸ ਤਰ੍ਹਾਂ ਨਾਲ ਜਾਣਗੇ, ਭਾਵ ਵੀ ਕਿਹੜੀ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋਣਗੇ, ਜਾਂ ਤੁਹਾਡੇ ਕੋਲ ਜੋ ਵੀ ਪੀਰੀਅਡਸ ਆਉਂਦੇ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਪੀਰੀਅਡ ਵਿੱਚ ਕਿਵੇਂ-ਕਿਵੇਂ ਇਲੈਕਟ੍ਰੋਨਸ ਦੀ ਫਿਲਿੰਗ ਹੁੰਦੀ ਹੈ ਜਾਂ ਉਹਨਾਂ ਨੂੰ ਭਰਿਆ ਜਾਂਦਾ ਹੈ। ਉਹ ਆਪਾਂ ਥੋੜ੍ਹਾ ਜਿਹਾ ਤੁਹਾਨੂੰ ਦੁਬਾਰਾ ਤੋਂ ਪੁਰਾਣੀ 9ਵੀਂ ਕਲਾਸ ਤੋਂ ਰਿਵਾਈਜ਼ ਕਰਾ ਦਿੰਦੇ ਹਾਂ। ਆ ਜਾਓ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਭਿੰਨ-ਭਿੰਨ ਸ਼ੈੱਲਾਂ ਵਿੱਚ ਭਰੇ ਜਾਣ ਵਾਲੇ ਇਲੈਕਟ੍ਰੋਨ। ਭਿੰਨ-ਭਿੰਨ ਸ਼ੈੱਲਾਂ ਵਿੱਚ ਭਰੇ ਜਾਣ ਵਾਲੇ ਇਲੈਕਟ੍ਰੋਨਾਂ ਦੀ ਸੰਖਿਆ ਗਿਆਤ ਕਰਨ ਲਈ ਫਾਰਮੂਲਾ। ਇਹ ਫਾਰਮੂਲਾ ਹੈਗਾ ਜੀ 2n ਦੀ ਸਕੇਅਰ, 2n ਦਾ ਵਰਗ। ਠੀਕ ਹੈ। ਹੁਣ n ਕੀ ਹੈ ਇੱਥੇ? n ਹੈਗਾ ਤੁਹਾਡੀ ਸ਼ੈੱਲ ਦਾ ਨੰਬਰ। ਜੇ ਸ਼ੈੱਲ ਪਹਿਲੀ ਹੈ ਤਾਂ n ਦਾ ਮਤਲਬ 1 ਹੋ ਜਾਣਾ, ਜੇ ਸ਼ੈੱਲ ਦੂਸਰੀ ਹੈ ਤਾਂ n ਦਾ ਮਤਲਬ 2 ਹੋ ਜਾਣਾ ਆ। ਹਾਂਜੀ, ਤਾਂ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਭਿੰਨ-ਭਿੰਨ ਸ਼ੈੱਲਾਂ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਕਿਵੇਂ ਆਪਾਂ ਲੱਭਣੀ ਹੈ। ਸਭ ਤੋਂ ਪਹਿਲਾਂ ਆਪਣੇ ਕੋਲੇ ਸ਼ੈੱਲ ਜਿਹੜੀ ਪਹਿਲੀ ਸ਼ੈੱਲ ਹੁੰਦੀ ਉਹਨੂੰ ਆਪਾਂ ਕੇ ਸ਼ੈੱਲ ਵੀ ਕਹਿ ਸਕਦੇ ਹਾਂ। ਕੇ ਸ਼ੈੱਲ ਦੇ ਲਈ n ਦੀ ਵੈਲਿਊ ਕਿੰਨੀ ਹੈ? n ਦਾ ਮੁੱਲ ਹੈਗਾ 1। ਤਾਂ ਹੁਣ ਇੱਥੇ ਇਹਦੇ ਵਿੱਚ ਇਲੈਕਟ੍ਰੋਨ ਕਿੰਨੇ ਜਾਣਗੇ? ਇਹਦੇ ਵਿੱਚ ਇਲੈਕਟ੍ਰੋਨ ਲੱਭਣ ਵਾਸਤੇ ਆਪਾਂ ਕੀ ਕੀਤਾ? 2n ਦਾ ਵਰਗ। ਹੁਣ n ਦੀ ਮਾਤਰਾ ਇੱਥੇ ਕਿੰਨੀ ਹੈ? 1 ਹੈ। 2 ਗੁਣਾ 1 ਦਾ ਵਰਗ ਬਰਾਬਰ ਹੈ 2। ਤਾਂ ਸਾਨੂੰ ਪਤਾ ਲੱਗ ਗਿਆ ਇਹਦੇ ਵਿੱਚ ਕਿੰਨੇ ਇਲੈਕਟ੍ਰੋਨ ਜਾਣਗੇ? 2 ਇਲੈਕਟ੍ਰੋਨ ਜਾਣਗੇ ਜੀ। ਦੂਸਰੀ ਸ਼ੈੱਲ ਆਪਣੇ ਕੋਲੇ ਐਲ ਸ਼ੈੱਲ। ਐਲ ਸ਼ੈੱਲ ਦੇ ਵਾਸਤੇ n ਦੀ ਵੈਲਿਊ ਕਿੰਨੀ ਹੈ? 2 ਹੈ ਜੀ। ਐਲ ਦਾ ਮੁੱਲ ਹੈਗਾ 2, n ਦਾ ਮੁੱਲ ਹੈਗਾ ਜੀ ਇੱਥੇ 2। ਤਾਂ ਹੁਣ ਇੱਥੇ ਆਪਣੇ ਕੋਲੇ ਕੀ ਹੋਊਗਾ? 2n ਦਾ ਵਰਗ ਬਰਾਬਰ ਹੈ 2 ਗੁਣਾ 2 ਦਾ ਵਰਗ। ਤਾਂ ਆਪਣੇ ਕੋਲੇ ਕਿੰਨਾ ਉੱਤਰ ਆ ਗਿਆ ਜੀ? 2 ਦਾ ਵਰਗ ਹੁੰਦਾ 4, 4 ਗੁਣਾ 2 8 ਇਲੈਕਟ੍ਰੋਨ ਜੀ। ਤੀਸਰੀ ਸ਼ੈੱਲ ਹੈ ਐਮ ਸ਼ੈੱਲ। ਇਹਦੇ ਲਈ n ਦੀ ਮਾਤਰਾ ਕਿੰਨੀ ਹੋਊਗੀ? 3। ਤਾਂ ਉਸ ਤੋਂ ਬਾਅਦ 2n ਦਾ ਸਕੇਅਰ ਵਰਗ ਯਾਨੀ ਕਿ 2 ਗੁਣਾ 3 ਦਾ ਵਰਗ ਬਰਾਬਰ ਹੈ 18 ਇਲੈਕਟ੍ਰੋਨ। ਚੌਥੀ ਸ਼ੈੱਲ ਹੈ ਜਿਹੜੀ n ਸ਼ੈੱਲ। n ਸ਼ੈੱਲ ਵਾਸਤੇ ਛੋਟੀ n ਦਾ ਮੁੱਲ ਕਿੰਨਾ ਹੈਗਾ? 4 ਹੈ ਜੀ। ਤਾਂ ਉਸ ਦੇ ਹਿਸਾਬ ਨਾਲ ਆਪਣੇ ਕੋਲੇ 2n ਦਾ ਸਕੇਅਰ ਬਰਾਬਰ ਹੈ 2 ਗੁਣਾ 4 ਦਾ ਵਰਗ ਬਰਾਬਰ ਹੈ 32 ਇਲੈਕਟ੍ਰੋਨ। ਤਾਂ ਇਸ ਤਰੀਕੇ ਨਾਲ ਤੁਸੀਂ ਤੁਹਾਨੂੰ ਸ਼ੈੱਲ ਦਿੱਤੀ ਹੋਵੇ, ਕੋਈ ਵੀ ਹੋਵੇ ਸ਼ੈੱਲ, ਤਾਂ ਉਸ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ, ਇਹ ਜੇ ਸਵਾਲ ਆਉਂਦਾ ਤੁਹਾਨੂੰ ਤਾਂ ਤੁਸੀਂ ਆਸਾਨੀ ਨਾਲ ਆਹ ਫਾਰਮੂਲਾ ਲਓ 2n ਦਾ ਸਕੇਅਰ, 2 ਗੁਣਾ n ਕੀ ਹੈ? ਸ਼ੈੱਲ ਨੰਬਰ, ਅਤੇ ਉਸ ਤੋਂ ਤੁਸੀਂ ਕੱਢ ਸਕਦੇ ਹੋ ਕਿੰਨੇ ਇਲੈਕਟ੍ਰੋਨ ਉਹਦੇ ਵਿੱਚ ਮੌਜੂਦ ਨੇ। ਠੀਕ ਹੈ ਜੀ। ਤਾਂ ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਆਪਾਂ ਵੀ ਆਵਰਤੀ ਸਾਰਣੀ ਦੇ ਵਿੱਚ ਰੁਝਾਨ ਕੀ ਕੀ ਹੁੰਦੇ ਹਨ, ਰੁਝਾਨ ਬਾਰੇ। ਹਾਂਜੀ, ਤਾਂ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਆਧੁਨਿਕ ਆਵਰਤੀ ਸਾਰਣੀ ਦੇ ਰੁਝਾਨ ਬਾਰੇ। ਹੁਣ ਆਮ ਤੌਰ 'ਤੇ ਸਾਡੇ ਮਨ 'ਚ ਰੁਝਾਨ ਬਾਰੇ ਕਲੀਅਰ ਨਹੀਂ ਹੋ ਪਾਉਂਦਾ ਵੀ ਕੀ ਹੈ ਰੁਝਾਨ ਦਾ। ਇੱਥੇ ਮਤਲਬ ਇਹ ਹੈ ਵੀ ਜਿਹੜੀਆਂ ਆਹ ਸਾਰੀਆਂ ਚੀਜ਼ਾਂ ਨੇ, ਜਿਵੇਂ ਕਿ ਸੰਯੋਜਕਤਾ ਆ ਕਿਵੇਂ ਬਦਲੂਗੀ, ਪਰਮਾਣੂ ਆਕਾਰ ਹੈ ਕਿੱਧਰ ਨੂੰ ਜਾਈਏ ਆਕਾਰ ਵਧੂ ਘਟੂਗਾ, ਕਿਹਦਾ ਆਕਾਰ ਵੱਡਾ ਹੋਊ ਕਿਹਦਾ ਛੋਟਾ ਹੋਊਗਾ। ਫਿਰ ਉਸ ਤੋਂ ਬਾਅਦ ਧਾਤਵੀ ਅਤੇ ਅਧਾਤਵੀ ਗੁਣਾਂ ਬਾਰੇ ਡਿਸਕਸ ਕਰਾਂਗੇ। ਫਿਰ ਆਊਗੀ ਗੱਲ ਇਲੈਕਟ੍ਰੋਨੈਗੇਟਿਵਿਟੀ ਦੀ। ਤਾਂ ਸਭ ਤੋਂ ਪਹਿਲਾਂ ਆਪਾਂ ਜੋ ਲੈ ਰਹੇ ਹਾਂ ਉਹ ਹੈ ਸੰਯੋਜਕਤਾ। ਸੰਯੋਜਕਤਾ ਉਹ ਚੀਜ਼ ਹੈ, ਉਹ ਗੁਣ ਹੈ ਜਿਹਦੇ ਨਾਲ ਕੋਈ ਇੱਕ ਪਰਮਾਣੂ ਦੂਸਰੇ ਪਰਮਾਣੂ ਨਾਲ ਜੁੜ ਸਕਦਾ ਹੈ। ਕਿੰਨੇ ਪਰਮਾਣੂ ਕਿਸੇ ਨਾਲ ਜੁੜਨਗੇ ਇਹ ਸਭ ਕੁਝ ਕੌਣ ਦੱਸੇਗਾ?
ਸੰਯੋਜਕਤਾ। ਜਿਵੇਂ ਕਿ ਆਪਾਂ ਆਮ ਤੌਰ 'ਤੇ ਸਾਰੇ ਜਾਣੇ ਜਾਣਦੇ ਹਾਂ ਕਿ ਜੋ ਕਾਰਬਨ ਹੈ, ਕਾਰਬਨ ਦੀ ਸੰਯੋਜਕਤਾ ਕਿੰਨੀ ਹੈ? 4 ਹੈ। ਠੀਕ ਹੈ, ਤਾਂ ਇਸ ਤਰ੍ਹਾਂ ਨਾਲ ਕਾਰਬਨ ਦੀ ਸੰਯੋਜਕਤਾ ਵੀ 4 ਹੈ। ਉਸ ਤੋਂ ਨੀਚੇ ਜੋ ਸਿਲੀਕੌਨ ਪਿਆ ਉਹਦੀ ਸੰਯੋਜਕਤਾ ਵੀ 4 ਹੈ, ਜਰਮੇਨੀਅਮ ਦੀ ਸੰਯੋਜਕਤਾ ਵੀ 4 ਹੈ। ਤਾਂ ਇੱਥੋਂ ਆਪਾਂ ਨੂੰ ਕੀ ਗੱਲ ਕਲੀਅਰ ਹੋ ਰਹੀ ਹੈ? ਇੱਥੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਜਦੋਂ ਆਪਾਂ ਕਿਸੇ ਇੱਕ ਗਰੁੱਪ ਦਾ ਅਧਿਐਨ ਕਰ ਰਹੇ ਹਾਂ ਤਾਂ ਉਹਦੇ ਵਿੱਚ ਸੰਯੋਜਕਤਾ ਜੋ ਹੈ ਉਹ ਬਦਲਦੀ ਨਹੀਂ ਹੈ, ਸੰਯੋਜਕਤਾ ਇੱਕੋ ਹੀ ਰਹਿੰਦੀ ਹੈ। ਪਰ ਜਦੋਂ ਆਪਾਂ ਗਰੁੱਪ ਛੱਡਤਾ, ਹੁਣ ਆਪਾਂ ਗੱਲ ਕਰਾਂਗੇ ਪੀਰੀਅਡ ਦੇ ਵਿੱਚ। ਪੀਰੀਅਡ ਦੇ ਵਿੱਚ ਜੋ ਸੰਯੋਜਕਤਾ ਹੈ ਉਹ ਕਿਵੇਂ ਬਦਲਦੀ ਹੈ, ਤਾਂ ਆਓ ਦੇਖਦੇ ਹਾਂ। ਪੀਰੀਅਡ ਨੰਬਰ 2 ਦੇ ਵਿੱਚ ਜਿਵੇਂ ਕਿ ਲੀਥੀਅਮ ਹੈ, ਲੀਥੀਅਮ ਦੀ ਸੰਯੋਜਕਤਾ 1 ਹੈ, ਬੈਰੀਲੀਅਮ ਦੀ ਸੰਯੋਜਕਤਾ 2 ਹੋ ਗਈ। ਉਸ ਤੋਂ ਬਾਅਦ ਸਾਡੇ ਕੋਲ ਆਇਆ ਬੋਰੋਨ, ਜਿਹਦੀ ਕੀ ਸੰਯੋਜਕਤਾ 3 ਹੈ। ਫਿਰ ਕਾਰਬਨ 4, ਉਸ ਤੋਂ ਬਾਅਦ ਨਾਈਟ੍ਰੋਜਨ, ਨਾਈਟ੍ਰੋਜਨ ਦੀ ਸੰਯੋਜਕਤਾ 3 ਹੋ ਗਈ। ਆਕਸੀਜਨ ਦੀ ਸੰਯੋਜਕਤਾ 2 ਹੈ, ਫਲੋਰੀਨ ਦੀ 1 ਹੈ, ਨਿਓਨ ਦੀ 0 ਹੈ। ਉਹ ਤਾਂ ਚਲੋ ਆਪਣੇ ਕੋਲੇ ਨੋਬਲ ਗੈਸਿਸ ਹੋਣ ਕਰਕੇ ਆ 0 ਉਹਦੀ ਸੰਯੋਜਕਤਾ, ਕਿਉਂਕਿ ਉਹ ਕਿਸੇ ਨਾਲ ਕਿਰਿਆ ਹੀ ਨਹੀਂ ਕਰਦੀ। ਤਾਂ ਹੁਣ ਸਾਡੇ ਕੋਲੇ ਕੀ ਗੱਲ ਸਾਹਮਣੇ ਆਈ ਕਿ ਸੰਯੋਜਕਤਾ ਜਦੋਂ ਪੀਰੀਅਡ ਦੇ ਵਿੱਚ ਆਪਾਂ ਅਧਿਐਨ ਕਰਦੇ ਹਾਂ ਪਹਿਲਾਂ ਵੱਧਦੀ ਹੈ, ਸ਼ੁਰੂ 'ਚ 1 ਸੀ, ਫਿਰ 2 ਹੋਈ, ਫਿਰ 3, ਫਿਰ 4, ਉਸ ਤੋਂ ਬਾਅਦ ਨਾਈਟ੍ਰੋਜਨ ਤੋਂ ਫਿਰ ਉਹ ਘਟਣਾ ਸ਼ੁਰੂ ਕਰ ਦਿੰਦੀ ਹੈ। ਤਾਂ ਜਦੋਂ ਵੀ ਤੁਹਾਨੂੰ ਕੋਈ ਪ੍ਰਸ਼ਨ ਆਉਂਦਾ ਹੈ ਕਿ ਸੰਯੋਜਕਤਾ ਕਿਸੇ ਪੀਰੀਅਡ ਦੇ ਵਿੱਚ ਕੀ ਰੁਝਾਨ ਪ੍ਰਦਰਸ਼ਿਤ ਕਰਦੀ ਹੈ, ਤਾਂ ਤੁਸੀਂ ਕਹੋਗੇ ਪਹਿਲਾਂ ਇਹ ਵੱਧਦੀ ਹੈ ਅਤੇ ਫਿਰ ਇਹ ਘਟਣ ਲੱਗ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਗੱਲ ਹੈ ਅਗਲੇ ਰੁਝਾਨ ਦੀ ਹੈ, ਜੋ ਕਿ ਸਾਡੇ ਕੋਲੇ ਪਰਮਾਣੂ ਆਕਾਰ ਹੈ। ਇਹ ਵੀ ਇੱਕ ਗੁਣ ਹੁੰਦਾ ਹੈ ਪਰਮਾਣੂ ਆਕਾਰ। ਪਰਮਾਣੂ ਆਕਾਰ ਵੀ ਕਿਸ ਤਰਫ ਤੋਂ ਕਿੱਧਰ ਨੂੰ ਵਧੇਗਾ, ਕਿੱਧਰ ਘਟੇਗਾ। ਤਾਂ ਆਓ ਆਪਾਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਪਰਮਾਣੂ ਆਕਾਰ ਕਿਸੇ ਗਰੁੱਪ ਦੇ ਵਿੱਚ ਕਿਵੇਂ ਬਦਲਦਾ ਹੈ। ਜਦੋਂ ਗਰੁੱਪ ਦੀ ਗੱਲ ਕਰਦੇ ਹਾਂ ਤਾਂ ਇੱਕ ਗੱਲ ਯਾਦ ਰੱਖੋ ਕਿ ਜਿਵੇਂ ਜਿਵੇਂ ਆਪਾਂ ਉੱਪਰ ਤੋਂ ਥੱਲੇ ਵੱਲ ਨੂੰ ਆ ਰਹੇ ਹਾਂ, ਸ਼ੈਲਜ਼ ਨੇ ਜੋ ਸ਼ੈੱਲਾਂ ਹੈ ਨਾ, ਸ਼ੈੱਲ ਵੱਧਦੀ ਜਾਂਦੀ ਹੈ। ਪਹਿਲਾ ਜਿਹੜਾ ਤੱਤ ਹੋਊਗਾ ਸਭ ਤੋਂ ਉੱਪਰ ਵਾਲਾ, ਉਹਦੇ ਵਿੱਚ ਘੱਟ ਸ਼ੈੱਲਾਂ ਹੋਣਗੀਆਂ। ਥੱਲੇ ਵਾਲਾ ਸ਼ੈੱਲ ਹੈ ਉਹਦੇ ਥੱਲੇ ਵਾਲਾ ਤੱਤ ਹੈ ਉਹਦੇ ਵਿੱਚ ਇੱਕ ਸ਼ੈੱਲ ਵੱਧ ਜੂਗੀ। ਉਸ ਤੋਂ ਥੱਲੇ ਵਾਲਾ ਤੱਤ ਹੈ ਉਹ 'ਚ ਇੱਕ ਹੋਰ ਸ਼ੈੱਲ ਵੱਧ ਜੂਗੀ। ਉਸ ਤੋਂ ਥੱਲੇ ਵਾਲਾ ਤੱਤ ਆ ਗਿਆ ਤਾਂ ਉਹਦੇ ਵਿੱਚ ਇੱਕ ਸ਼ੈੱਲ ਹੋਰ ਵੱਧ ਜੂਗੀ। ਤਾਂ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਜਿਵੇਂ ਆਪਾਂ ਕਾਰਬਨ ਦੀ ਗੱਲ ਕਰਦੇ ਹਾਂ, ਕਾਰਬਨ ਦੇ ਵਿੱਚ ਦੂਸਰੀ ਸ਼ੈੱਲ ਤੱਕ ਫਿਲਿੰਗ ਹੋ ਰਹੀ ਹੈ, ਦੂਜੀ ਸ਼ੈੱਲ ਤੱਕ ਇਲੈਕਟ੍ਰੋਨ ਇਹ 'ਚ ਜਾਂਦੇ ਨੇ। ਫਿਰ ਉਸ ਤੋਂ ਬਾਅਦ ਇਹਦੀ ਗੱਲ ਕਰਾਂਗੇ, ਇਹਦੇ ਵਿੱਚ ਇੱਕ ਸ਼ੈੱਲ ਹੋਰ ਵੱਧ ਜਾਂਦੀ ਹੈ, ਫਿਰ ਇਹ 'ਚ ਇੱਕ ਸ਼ੈੱਲ ਹੋਰ ਵੱਧ ਗਈ, ਇਹ 'ਚ ਇੱਕ ਹੋਰ ਸ਼ੈੱਲ ਵੱਧ ਗਈ। ਸਿੰਪਲੀ ਜਿਵੇਂ ਜਿਵੇਂ ਆਪਾਂ ਕੱਪੜੇ ਵੱਧ ਪਾਈ ਜਾਂਦੇ ਹਾਂ, ਉੱਪਰ ਦੀ ਉੱਪਰ ਕੱਪੜੇ ਪਾ ਰਹੇ ਹਾਂ, ਉਵੇਂ ਹੀ ਸਾਡਾ ਸਾਈਜ਼ ਵੱਧਦਾ ਤੁਰਿਆ ਜਾਂਦਾ। ਤਾਂ ਉਹੀ ਗੱਲ ਇੱਥੇ ਹੈ, ਕਾਰਬਨ ਦਾ ਸਾਈਜ਼ ਛੋਟਾ ਸੀਗਾ, ਸਿਲੀਕੌਨ ਉਸ ਤੋਂ ਵੱਡਾ ਹੋ ਗਿਆ ਕਿਉਂਕਿ ਸ਼ੈੱਲ ਐਡ ਹੋ ਗਈ ਉੱਥੇ। ਇਹਦੇ ਵਿੱਚ ਇੱਕ ਸ਼ੈੱਲ ਹੋਰ ਵੱਧ ਜਾਂਦੀ ਹੈ ਤਾਂ ਇੱਥੇ ਸਾਈਜ਼ ਹੋਰ ਵੱਡਾ ਹੋ ਜਾਂਦਾ। ਤਾਂ ਇਸ ਤਰ੍ਹਾਂ ਨਾਲ ਜਦੋਂ ਆਪਾਂ ਕਿਸੇ ਗਰੁੱਪ ਵਿੱਚ ਉੱਪਰ ਤੋਂ ਨੀਚੇ ਵੱਲ ਨੂੰ ਸਟੱਡੀ ਕਰਦੇ ਹਾਂ, ਅਧਿਐਨ ਕਰਦੇ ਹਾਂ, ਤਾਂ ਤੱਤਾਂ ਦਾ ਜੋ ਆਕਾਰ ਹੈ ਉਹ ਵੱਧਦਾ ਤੁਰਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਆਓ ਹੁਣ ਆਪਾਂ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿਵੇਂ ਫਰਕ ਪੈਂਦਾ ਹੈ। ਪੀਰੀਅਡ ਦੇ ਵਿੱਚ ਜਦੋਂ ਆਪਾਂ ਸੱਜੇ ਤੋਂ ਖੱਬੇ ਵਾਲੇ ਪਾਸੇ ਜਾਂਦੇ ਹਾਂ, ਖੱਬੇ ਤੋਂ ਸੱਜੇ ਵਾਲੇ ਪਾਸੇ ਜਾਵਾਂਗੇ ਤਾਂ ਉਹਦੇ ਵਿੱਚ ਕੀ ਹੋਵੇਗਾ ਕਿ ਨਿਰੰਤਰ ਸ਼ੈੱਲ ਉਹੀ ਰਹੇਗੀ। ਇਹ ਨੋਟ ਕਰਨ ਵਾਲੀ ਗੱਲ ਹੈ ਵੀ ਜੋ ਪੀਰੀਅਡ ਹੈ, ਜਿਵੇਂ ਹੁਣ ਮੰਨ ਲਓ ਆਪਾਂ ਦੂਸਰਾ ਪੀਰੀਅਡ ਲੈ ਲਿਆ, ਇਹ 'ਚ ਦੂਸਰੀ ਸ਼ੈੱਲ ਭਰ ਰਹੀ ਹੈ। ਦੂਸਰੀ ਸ਼ੈੱਲ ਦੀ ਫਿਲਿੰਗ ਦੇ ਦੌਰਾਨ ਸ਼ੈੱਲ ਤਾਂ ਬਦਲ ਨਹੀਂ ਰਹੀ, ਸ਼ੈੱਲ ਉਹੀ ਰਹਿ ਰਹੀ ਹੈ, ਪਰ ਇਲੈਕਟ੍ਰੋਨ ਦੇ ਵਧਣ ਦੇ ਨਾਲ ਨਾਲ ਕੀ ਹੋ ਰਿਹਾ, ਸਾਡੇ ਕੋਲੇ ਜੋ ਨਿਊਕਲੀ ਚਾਰਜ ਹੈ ਯਾਨੀ ਕਿ ਪੋਜ਼ਿਟਿਵ ਚਾਰਜ, ਪਲੱਸ ਚਾਰਜ, ਧਨ ਚਾਰਜ, ਉਹ ਵੱਧਦਾ ਆ। ਧਨ ਚਾਰਜ ਵਧਣ ਦੇ ਨਾਲ ਕੀ ਹੋਵੇਗਾ ਕਿ ਉਹ ਇਲੈਕਟ੍ਰੋਨ ਨੂੰ ਹੋਰ ਆਪਣੇ ਵੱਲ ਖਿੱਚੇਗਾ। ਤਾਂ ਇਲੈਕਟ੍ਰੋਨ ਨੂੰ ਜਦੋਂ ਆਪਣੇ ਵੱਲ ਖਿੱਚੇਗਾ ਤਾਂ ਜਿਹੜਾ ਸਾਈਜ਼ ਹੈ ਪਰਮਾਣੂ ਦਾ ਉਹ ਛੋਟਾ ਹੁੰਦਾ ਜਾਏਗਾ। ਜਿਵੇਂ ਹੁਣ ਆਪਾਂ ਬੋਰੋਨ ਦੀ ਗੱਲ ਕਰੀਏ ਤੇ ਇੱਥੇ ਗੱਲ ਕਰੀਏ ਫਲੋਰੀਨ ਦੀ, ਬੋਰੋਨ ਦਾ ਜੋ ਸਾਈਜ਼ ਹੈ ਫਲੋਰੀਨ ਤੋਂ ਵੱਡਾ ਹੈ। ਕਿਉਂ ਵੱਡਾ ਹੈ? ਕਿਉਂਕਿ ਜਿਵੇਂ ਜਿਵੇਂ ਫਲੋਰੀਨ ਵੱਲ ਗਏ ਆਪਣੇ ਕੋਲੇ ਇਲੈਕਟ੍ਰੋਨਾਂ ਦੀ ਗਿਣਤੀ ਵੱਧ ਰਹੀ ਹੈ, ਪਰਮਾਣੂਆਂ ਦੀ ਗਿਣਤੀ ਵੱਧ ਰਹੀ ਹੈ। ਜੋ ਪਰਮਾਣੂਵੀ ਚਾਰਜ ਹੈ, ਨਿਊਕਲੀਅਰ ਚਾਰਜ ਹੈ, ਉਹ ਵੱਧ ਰਿਹਾ ਆ। ਤਾਂ ਚਾਰਜ ਵਧਣ ਦੇ ਨਾਲ ਕੀ ਹੋਇਆ ਕਿ ਜੋ ਫਲੋਰੀਨ ਹੈ ਉਹਦੇ ਵਿੱਚ ਚਾਰਜ ਸਭ ਤੋਂ ਜ਼ਿਆਦਾ ਆ ਇੱਕ ਪੀਰੀਅਡ ਦੇ ਵਿੱਚ, ਯਾਨੀ ਕਿ ਦੂਸਰੇ ਪੀਰੀਅਡ ਦੇ ਵਿੱਚ ਫਲੋਰੀਨ ਦੇ ਵਿੱਚ ਚਾਰਜ ਸਭ ਤੋਂ ਵੱਧ ਹੈ, ਜਿਸ ਕਰਕੇ ਫਲੋਰੀਨ ਦਾ ਸਾਈਜ਼ ਸਾਰਿਆਂ ਤੋਂ ਛੋਟਾ ਹੋ ਜਾਏਗਾ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾ ਗਰੁੱਪ ਹੈ ਜਿਹੜਾ, ਜਿਵੇਂ ਕਿ ਆਪਣੇ ਕੋਲੇ ਲੀਥੀਅਮ ਆ ਜਾਏ ਜਾਂ ਸੋਡੀਅਮ ਆ ਜਾਏ, ਇਹਨਾਂ ਦੇ ਸਾਈਜ਼ ਵੱਡੇ ਹੋਣਗੇ, ਹਮੇਸ਼ਾ ਵੱਡੇ ਹੋਣਗੇ। ਇਹਨਾਂ ਦੇ ਸਾਈਜ਼ ਪਹਿਲੇ ਗਰੁੱਪ ਦੇ ਸਭ ਤੋਂ ਵੱਡੇ ਸਾਈਜ਼ ਹੋਣਗੇ ਕਿਉਂਕਿ ਇਹਨਾਂ ਦੇ ਵਿੱਚ ਜੋ ਨਿਊਕਲੀ ਚਾਰਜ ਹੈ ਬਾਕੀ ਤੱਤਾਂ ਨਾਲੋਂ ਘੱਟ ਹੋਵੇਗਾ, ਇਹਨਾਂ ਦੇ ਸਾਈਜ਼ ਵੱਡੇ ਹੋਣਗੇ। ਹਾਂਜੀ, ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਧਾਤਵੀ ਅਤੇ ਅਧਾਤਵੀ ਗੁਣਾਂ ਬਾਰੇ। ਧਾਤਵੀ ਅਤੇ ਅਧਾਤਵੀ ਗੁਣ ਕਿਵੇਂ ਬਦਲਦੇ ਨੇ, ਆਓ ਜੀ ਸਭ ਤੋਂ ਪਹਿਲਾਂ ਇੱਕ ਗਰੁੱਪ ਦੇ ਵਿੱਚ ਦੇਖਦੇ ਹਾਂ। ਕਾਰਬਨ ਅਧਾਤ ਆ ਗਈ, ਉਸ ਤੋਂ ਨੀਚੇ ਸਿਲੀਕੌਨ, ਜਰਮੇਨੀਅਮ, ਇਹ ਉਪਧਾਤ ਨੇ। ਉਪਧਾਤ ਯਾਨੀ ਕਿ
ਇਹੋ ਜਿਹੇ ਤੱਤ ਜਿਹੜੇ ਕਿ ਧਾਤ ਅਤੇ ਅਧਾਤ ਦੇ ਵਿਚਾਲੇ ਆ, ਇਹਨਾਂ ਦੇ ਗੁਣ ਰਲਦੇ ਮਿਲਦੇ ਹੁੰਦੇ ਹਨ। ਟਿਨ, ਟਿਨ ਚੰਗੀ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਟਿਨ ਕੀ ਹੈ, ਇੱਕ ਧਾਤ ਹੈ। ਲੈਡ ਵੀ ਧਾਤ ਹੈ, ਸਿੱਕਾ ਜਿਸ ਨੂੰ ਕਹਿੰਦੇ ਆਪਾਂ। ਉਸੇ ਤਰੀਕੇ ਨਾਲ ਆ ਜਾਓ ਆਪਾਂ ਇਸ ਤੋਂ ਪਹਿਲਾਂ ਵਾਲੇ ਦੇਖ ਲੈਂਦੇ ਹਾਂ, ਜਿਵੇਂ ਬੋਰੋਨ ਹੈ, ਉਹ ਕੀ ਹੈ, ਅਧਾਤ ਹੈ। ਅਲਮੀਨੀਅਮ ਧਾਤ ਹੈ, ਸਾਰੇ ਜਣੇ ਜਾਣਦੇ ਆ। ਤਾਂ ਇਸ ਤਰ੍ਹਾਂ ਹੁਣ ਸਾਡੇ ਕੋਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਕਿਸੇ ਗਰੁੱਪ ਵਿੱਚ ਉੱਪਰ ਤੋਂ ਥੱਲੇ ਵੱਲ ਨੂੰ ਆਉਂਦੇ ਆ ਤਾਂ ਧਾਤਵੀ ਗੁਣ ਹੈ ਜਿਹੜੇ ਉਹ ਵੱਧਦੇ ਆ। ਉੱਪਰ ਅਧਾਤ ਹੋਵੇਗੀ, ਨੀਚੇ ਵਾਲੇ ਪਾਸੇ ਕੀ ਹੈ, ਧਾਤੂ ਵਾਲੇ ਗੁਣ ਵਧਣਗੇ। ਠੀਕ ਹੈ ਜੀ, ਇਹ ਤਾਂ ਗੱਲ ਸੀਗੀ ਗਰੁੱਪ ਦੀ। ਹੁਣ ਜਦੋਂ ਪੀਰੀਅਡ ਦੇ ਵਿੱਚ ਆਪਾਂ ਚੱਲਾਂਗੇ ਤਾਂ ਪੀਰੀਅਡ ਦੇ ਵਿੱਚ ਤੁਸੀਂ ਕੀ ਦੇਖਦੇ ਹੋ, ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਯਾਨੀ ਕਿ ਪੀਰੀਅਡ ਦੇ ਵਿੱਚ ਸ਼ੁਰੂ ਵਾਲੇ ਪਾਸੇ ਭਾਵ ਤੁਹਾਡੇ ਖੱਬੇ ਪਾਸੇ ਕੀ ਮਿਲਦੇ ਆ, ਧਾਤ। ਜਿਵੇਂ ਜਿਵੇਂ ਆਪਾਂ ਖੱਬੇ ਤੋਂ ਸੱਜੇ ਵੱਲ ਆਉਣਾ ਸ਼ੁਰੂ ਕਰਦੇ ਹਾਂ ਉਵੇਂ ਉਵੇਂ ਤੁਹਾਡੇ ਕੋਲੇ ਕੀ ਹੈ ਕਿ ਜਿਹੜੇ ਧਾਤਵੀ ਗੁਣ ਨੇ ਉਹ ਘਟ ਜਾਂਦੇ ਆ, ਅਧਾਤਵੀ ਗੁਣ ਵਧਣ ਲੱਗ ਜਾਂਦੇ ਆ। ਆਓ ਇੱਕ ਉਦਾਹਰਨ ਲੈ ਲੈਂਦੇ ਹਾਂ। ਜਿਵੇਂ ਕਿ ਦੇਖੋ ਪੋਟਾਸ਼ੀਅਮ, ਕੈਲਸ਼ੀਅਮ ਇਹ ਵੀ ਧਾਤਾਂ ਨੇ। ਸਕੈਂਡੀਅਮ, ਟਾਈਟੇਨੀਅਮ, ਵਨੇਡੀਅਮ, ਕ੍ਰੋਮੀਅਮ, ਮੈਂਗਨੀਜ਼, ਆਇਰਨ ਲੋਹਾ ਜਾਣਦੀਆਂ ਸਾਰਿਆਂ ਨੇ, ਇਹ ਵੀ ਧਾਤ ਹੈ। ਕੋਬਾਲਟ, ਨਿਕਲ, ਕਾਪਰ, ਕਾਪਰ ਯਾਨੀ ਕਿ ਤਾਂਬਾ, ਜਿਹਦੀ ਵਰਤੋਂ ਕਿੱਥੇ ਹੁੰਦੀ ਹੈ, ਤਾਰਾਂ ਬਣਾਉਣ ਦੇ ਵਿੱਚ ਹੁੰਦੀ ਹੈ, ਇਹ ਵੀ ਇੱਕ ਧਾਤ ਹੈ। ਪਰ ਜਿਵੇਂ ਜਿਵੇਂ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਜਿਵੇਂ ਅਰਸੈਨਿਕ, ਸਿਲੇਨੀਅਮ, ਇਹ ਵੀ ਆਹ ਸਿਲੇਨੀਅਮ ਕੀ ਆ ਗਈ, ਉਪਧਾਤ ਆ ਗਈ। ਦੈਨ ਉਸ ਤੋਂ ਬਾਅਦ ਤੁਹਾਡੇ ਕੋਲੇ ਬ੍ਰੋਮੀਨ ਹੈ, ਜਿਹੜੀ ਬ੍ਰੋਮੀਨ ਕੀ ਹੈ, ਇਹ ਅਧਾਤ ਹੈ, ਧਾਤੂ ਨਹੀਂ ਹੈਗੀ। ਬ੍ਰੋਮੀਨ ਤੋਂ ਅੱਗੇ ਕ੍ਰਿਪਟੋਨ, ਉਹ ਵੀ ਗੈਸ ਹੈ, ਅਧਾਤ ਹੈ। ਤਾਂ ਇਸ ਤਰ੍ਹਾਂ ਜਦੋਂ ਆਪਾਂ ਇੱਕ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਵਾਲੇ ਪਾਸੇ ਜਾਵਾਂਗੇ ਤਾਂ ਸਾਡੇ ਕੋਲੇ ਧਾਤਵੀ ਗੁਣ ਹੈ ਜਿਹੜੇ ਉਹ ਘਟਦੇ ਜਾਂਦੇ ਆ, ਅਧਾਤਵੀ ਗੁਣ ਹੈ ਜਿਹੜੇ ਉਹ ਵੱਧਦੇ ਤੁਰੇ ਜਾਂਦੇ ਆ। ਹਾਂਜੀ, ਤੇ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਇਲੈਕਟ੍ਰੋਨੈਗੇਟਿਵਿਟੀ ਦੀ। ਇਲੈਕਟ੍ਰੋਨੈਗੇਟਿਵਿਟੀ ਸਾਡੇ ਕੋਲ ਇੱਕ ਅਜਿਹਾ ਗੁਣ ਹੈ ਜਿਸ ਵਿੱਚ ਕੋਈ ਇੱਕ ਤੱਤ ਦੂਸਰੇ ਤੱਤ ਤੋਂ ਇਲੈਕਟ੍ਰੋਨ ਆਪਣੇ ਵੱਲ ਖਿੱਚਦਾ ਹੈ। ਪਰ ਕਦੋਂ ਖਿੱਚਦਾ ਹੈ, ਜਦੋਂ ਉਹਨਾਂ ਦੋਨਾਂ ਦੇ ਵਿਚਕਾਰ ਬੌਂਡ ਬਣਿਆ ਹੋਵੇ, ਭਾਵ ਉਹਨਾਂ ਦੋਨਾਂ ਦੇ ਵਿਚਕਾਰ ਬੌਂਡਿੰਗ ਹੋਈ ਹੋਵੇ। ਬੰਧਨ ਹੋਣਾ ਜ਼ਰੂਰੀ ਹੈ। ਆਓ ਜੀ ਦੇਖਦੇ ਹਾਂ। ਜਿਵੇਂ ਆਪਣੇ ਕੋਲੇ ਕੀ ਹੈ, ਹਾਈਡਰੋਜਨ ਕਲੋਰਾਈਡ ਹੈ, H ਅਤੇ Cl, ਦੋਨਾਂ ਨੇ ਇੱਕ ਇੱਕ ਇਲੈਕਟ੍ਰੋਨ ਸਾਂਝਾ ਕੀਤਾ ਅਤੇ ਇੱਕ ਬੰਧਨ ਬਣਾ ਲਿਆ, ਸਹਿ ਸੰਯੋਜੀ ਬੰਧਨ। ਠੀਕ ਹੈ, ਸਹਿ ਸੰਯੋਜਕ ਬੰਧਨ ਜਿਹੜਾ ਇਹ ਬਣ ਗਿਆ, ਦੋਨਾਂ ਨੇ ਇੱਕ ਇੱਕ ਇਲੈਕਟ੍ਰੋਨ ਸਾਂਝਾ ਕੀਤਾ ਹੈ। ਹੁਣ ਇਸ ਵਿੱਚ ਹੁੰਦਾ ਕੀ ਹੈ, ਜੋ ਕਲੋਰੀਨ ਹੈ ਉਹ ਇਹਦੇ ਨਾਲੋਂ ਵੱਧ ਇਲੈਕਟ੍ਰੋਨੈਗੇਟਿਵ ਹੈ। ਇਲੈਕਟ੍ਰੋਨੈਗੇਟਿਵਿਟੀ ਹੁੰਦੀ ਕੀ ਹੈ, ਇਲੈਕਟ੍ਰੋਨੈਗੇਟਿਵਿਟੀ ਇਹ ਹੈ ਕਿ ਜਿਹੜਾ ਇਲੈਕਟ੍ਰੋਨਾਂ ਦਾ ਇਹਨਾਂ ਨੇ ਸ਼ੇਅਰ ਕੀਤਾ ਜੋੜਾ, ਉਸ ਜੋੜੇ ਨੂੰ ਕੋਈ ਤੱਤ ਆਪਣੇ ਵੱਲ ਜਦੋਂ ਖਿੱਚ ਲੈਂਦਾ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਇਲੈਕਟ੍ਰੋਨੈਗੇਟਿਵ, ਅਤੇ ਜੋ ਵਰਤਾਰਾ ਵਾਪਰ ਰਿਹਾ ਹੈ ਉਸ ਨੂੰ ਕਹਿੰਦੇ ਹਾਂ ਇਲੈਕਟ੍ਰੋਨੈਗੇਟਿਵਿਟੀ। ਤਾਂ ਅਸਲ 'ਚ ਸਾਡੇ ਕੋਲ ਕੀ ਸ਼ੋ ਹੁੰਦਾ ਇੱਥੇ ਵੀ HCl ਦਾ ਬੰਧਨ ਤਾਂ ਹੈਗਾ, ਪਰ ਉਸ ਬੰਧਨ ਦੇ ਵਿੱਚ ਜਿਹੜੇ ਦੋਨੇ ਇਲੈਕਟ੍ਰੋਨ ਹੈ ਜ਼ਿਆਦਾ ਸਮਾਂ ਕਿਹਦੇ ਵੱਲ ਨੂੰ ਰਹਿ ਰਹੇ ਆ, ਕਲੋਰੀਨ ਵਾਲੇ ਪਾਸੇ ਰਹਿ ਰਹੇ ਆ। ਆਹ ਦੇਖੋ ਇਸ ਤਰ੍ਹਾਂ ਦੋਨੇ ਇਲੈਕਟ੍ਰੋਨ ਹੋਣੇ ਤਾਂ ਬਰਾਬਰ ਦੂਰੀ 'ਤੇ ਚਾਹੀਦੇ ਸੀ ਵਿਚਕਾਰ, ਪਰ ਇੱਥੇ ਨਾ ਹੋ ਕੇ ਉਹ ਥੋੜ੍ਹੇ ਜਿਹੇ ਅੱਗੇ ਨੂੰ ਚਲੇ ਗਏ ਤਾਂ ਕਿ ਉਹ ਕਲੋਰੀਨ ਵੱਲ ਨੂੰ ਚਲੇ ਗਏ। ਤਾਂ ਹੁਣ ਇੱਥੇ ਇਹ ਸ਼ੋ ਹੋ ਰਿਹਾ ਕਿ ਜੋ ਕਲੋਰੀਨ ਹੈ ਉਸ ਕੋਲ ਇਲੈਕਟ੍ਰੋਨ ਜ਼ਿਆਦਾ ਸਮਾਂ ਰਹਿ ਰਹੇ ਆ। ਠੀਕ ਹੈ ਜੀ, ਤਾਂ ਆਓ ਆਪਾਂ ਅੱਗੇ ਦੇਖਦੇ ਹਾਂ ਕਿ ਇਲੈਕਟ੍ਰੋਨੈਗੇਟਿਵਿਟੀ ਦਾ ਸਾਡੇ ਆਵਰਤੀ ਸਾਰਣੀ ਦੇ ਵਿੱਚ ਕੀ ਰੁਝਾਨ ਹੈ। ਉਸੇ ਤਰੀਕੇ ਨਾਲ ਆਪਾਂ ਫਿਰ ਸ਼ੁਰੂ ਕਰਦੇ ਹਾਂ ਗਰੁੱਪ ਤੋਂ। ਹੁਣ ਜਿਵੇਂ ਜਿਵੇਂ ਉੱਪਰ ਤੋਂ ਨੀਚੇ ਵੱਲ ਨੂੰ ਆਉਂਦੇ ਆ, ਹੁੰਦਾ ਕੀ ਹੈ ਕਿ ਜੋ ਸਾਈਜ਼ ਹੈ ਐਟਮ ਦਾ ਜਾਂ ਆਕਾਰ ਹੈ ਪਰਮਾਣੂ ਦਾ, ਉਹ ਆਕਾਰ ਲਗਾਤਾਰ ਉੱਪਰ ਤੋਂ ਨੀਚੇ ਵੱਲ ਨੂੰ ਆਉਂਦੇ ਹੋਏ ਵੱਧ ਰਿਹਾ ਹੈ। ਆਕਾਰ ਵਧਣ ਕਰਕੇ ਕੀ ਹੋ ਰਿਹਾ ਹੈ ਕਿ ਜੋ ਬਾਹਰ ਵਾਲੇ ਇਲੈਕਟ੍ਰੋਨ ਹੈ, ਕੇਂਦਰ ਉਹਨਾਂ ਨੂੰ ਆਪਣੇ ਵੱਲ ਖਿੱਚ ਨਹੀਂ ਪਾ ਰਿਹਾ, ਪ੍ਰੋਪਰਲੀ ਪੂਰੀ ਤਰ੍ਹਾਂ ਨਾਲ ਖਿੱਚ ਪਾ ਨਹੀਂ ਰਿਹਾ। ਤਾਂ ਇਸ ਕਰਕੇ ਬਾਹਰਲੇ ਇਲੈਕਟ੍ਰੋਨ ਢਿੱਲੇ ਹੋ ਗਏ। ਜਦੋਂ ਆਪਣੇ ਬਾਹਰਲੇ ਇਲੈਕਟ੍ਰੋਨ ਢਿੱਲੇ ਹੈ ਤਾਂ ਉਹ ਕਿਸੇ ਹੋਰ ਦੇ ਇਲੈਕਟ੍ਰੋਨ ਕਿੱਥੋਂ ਖਿੱਚ ਲੂਗਾ। ਠੀਕ ਹੈ, ਤਾਂ ਇਸ ਕਰਕੇ ਜਿਹੜਾ ਨੀਚੇ ਵਾਲਾ ਤੱਤ ਹੋਵੇਗਾ ਉਸ ਦੀ ਇਲੈਕਟ੍ਰੋਨੈਗੇਟਿਵਿਟੀ ਘਟੇਗੀ, ਤਾਂ ਉੱਪਰ ਵਾਲੇ ਤੱਤਾਂ ਦੀ ਇਲੈਕਟ੍ਰੋਨੈਗੇਟਿਵਿਟੀ ਵੱਧਦੀ ਹੈ। ਜਿਵੇਂ ਜਿਵੇਂ ਉੱਪਰੋਂ ਨੀਚੇ ਵੱਲ ਆਵਾਂਗੇ ਇਲੈਕਟ੍ਰੋਨੈਗੇਟਿਵਿਟੀ ਘਟੇਗੀ। ਜਿੰਨਾ ਜ਼ਿਆਦਾ ਕੇਂਦਰ ਦਾ ਚਾਰਜ ਘਟੇਗਾ ਬਾਹਰਲੇ ਇਲੈਕਟ੍ਰੋਨ ਦੇ ਪ੍ਰਤੀ, ਉਵੇਂ ਉਵੇਂ ਇਲੈਕਟ੍ਰੋਨੈਗੇਟਿਵਿਟੀ ਘਟਦੀ ਜਾਏਗੀ। ਠੀਕ ਹੈ, ਤਾਂ ਜਿਵੇਂ ਜਿਵੇਂ ਨੀਚੇ ਜਾਂਦੇ ਹਾਂ ਸਾਈਜ਼ ਵੱਡਾ ਹੋ ਰਿਹਾ, ਬਾਹਰ ਵਾਲਾ ਜੋ ਇਲੈਕਟ੍ਰੋਨ ਹੈ ਉਹਦੇ ਪ੍ਰਤੀ ਕੇਂਦਰ ਦਾ ਜੋ ਚਾਰਜ ਹੈ ਉਹ ਮਹਿਸੂਸ ਘੱਟ ਹੋ ਰਿਹਾ ਆ। ਸਭ ਤੋਂ ਵੱਧ ਇਲੈਕਟ੍ਰੋਨੈਗੇਟਿਵ ਤੱਤ ਜੋ ਹੈ ਧਰਤੀ 'ਤੇ ਉਹ ਫਲੋਰੀਨ ਹੈ, ਉਸ ਤੋਂ ਬਾਅਦ ਬਾਕੀ ਸਾਰੇ ਆਉਂਦੇ ਆ। ਅਤੇ ਜੇ ਆਪਾਂ ਗੱਲ ਕਰੀਏ ਪੀਰੀਅਡ ਦੇ ਵਿੱਚ, ਜਦੋਂ ਆਪਾਂ
ਖੱਬੇ ਤੋਂ ਸੱਜੇ ਵੱਲ ਨੂੰ ਜਾਵਾਂਗੇ ਤਾਂ ਕੀ ਹੋ ਰਿਹਾ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆਕਾਰ ਵਾਲੇ ਟੌਪਿਕ ਦੇ ਵਿੱਚ ਵੀ ਇਹਨਾਂ ਦੇ ਵਿੱਚ ਖਿੱਚ ਵੱਧਦੀ ਹੈ। ਜਿਵੇਂ ਜਿਵੇਂ ਖਿੱਚ ਵਧੂਗੀ ਆਕਾਰ ਛੋਟਾ ਹੁੰਦਾ ਜਾਊਗਾ ਇੱਕ ਪੀਰੀਅਡ ਦੇ ਵਿੱਚ। ਜਿਵੇਂ ਮੰਨ ਲਓ ਹੁਣ ਆਪਾਂ ਪੀਰੀਅਡ ਦੀ ਗੱਲ ਹੀ ਕਰਦੇ ਹਾਂ, ਅਲਮੀਨੀਅਮ ਵਾਲਾ ਪੀਰੀਅਡ ਲੈ ਲਿਆ, ਯਾਨੀ ਕਿ ਤੀਸਰਾ ਪੀਰੀਅਡ ਲੈ ਲਿਆ। ਅਲਮੀਨੀਅਮ ਤੋਂ ਜਿਵੇਂ ਜਿਵੇਂ ਆਪਾਂ ਇੱਧਰ ਨੂੰ ਵਧਾਂਗੇ ਤਾਂ ਸਾਡੇ ਕੋਲ ਕੀ ਹੋਵੇਗਾ, ਸਾਈਜ਼ ਛੋਟਾ ਹੁੰਦਾ ਜਾ ਰਿਹਾ ਅਤੇ ਜੋ ਕੇਂਦਰ ਚਾਰਜ ਹੈ ਕੇਂਦਰ ਦਾ ਉਹ ਵੀ ਵੱਧਦਾ ਤੁਰਿਆ ਜਾ ਰਿਹਾ ਹੈ। ਕੇਂਦਰ ਦਾ ਚਾਰਜ ਵਧਣ ਨਾਲ ਕੀ ਹੋਇਆ ਕਿ ਇਲੈਕਟ੍ਰੋਨ ਆਪਣੇ ਵੱਲ ਖਿੱਚਣ ਦੀ ਪਾਵਰ ਵੱਧ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਲੋਰੀਨ ਆ ਗਿਆ, ਕਲੋਰੀਨ ਦੀ ਜੋ ਇਲੈਕਟ੍ਰੋਨ ਨੂੰ ਖਿੱਚਣ ਵਾਲੀ ਪਾਵਰ ਹੈ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਆ। ਤਾਂ ਇਸ ਤਰ੍ਹਾਂ ਨਾਲ ਇਲੈਕਟ੍ਰੋਨੈਗੇਟਿਵਿਟੀ ਕਿਸੇ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਵਾਲੇ ਪਾਸੇ ਜਾਂਦੇ ਹੋਏ ਹਮੇਸ਼ਾ ਵੱਧਦੀ ਹੈ। ਧੰਨਵਾਦ। ਸੋ ਆਸ ਕਰਦਾ ਅੱਜ ਦਾ ਟੌਪਿਕ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ। ਧੰਨਵਾਦ ਜੀ।